ਧੰਨ ਵਾਹਿਗੁਰੂ ਸਾਹਿਬ ਜੀ। ਗੂਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਤੀਜਾ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੀਂ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਮਹੱਲਾ ਤੀਜਾ। ਅੰਦਰ ਸਹਸਾ ਦੁਖ ਹੈ, ਆਪੈ ਸਿਰ ਧੰਦੈ ਮਾਰ। ਦੂਜੈ ਭਾਏ ਸੁਤੇ ਕਬਹਿ ਨਾ ਜਾਗੈ, ਮਾਇਆ ਮੋਹ ਪਿਆਰ। ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ, ਇਹ ਮਨ ਮੁਖ ਕਾ ਆਚਾਰ। ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ। ਨਾਨਕ ਜਮ ਮਾਰ ਕਰੇ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਅੱਜ ਤੋਂ ਗੂਜਰੀ ਕੀ ਵਾਰ ਜਿਹੜੀ ਹੈ ਉਸ ਦੀ ਕਥਾ ਆਰੰਭ ਹੋ ਰਹੀ ਹੈ, ਜੋ ਸਾਡੇ ਕੋਲ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਚੱਲ ਰਹੀ ਹੈ। ਉਸ ਵਿਚਾਰ ਦੇ ਤਹਿਤ ਗੂਜਰੀ ਰਾਗ ਜਿਹੜਾ ਉਹ ਚੱਲ ਰਿਹਾ ਹੈ। ਇਸ ਗੂਜਰੀ ਰਾਗ ਦੇ ਅੰਦਰ ਦੋ ਵਾਰਾਂ ਨੇ। ਇੱਕ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ, ਦੂਸਰੀ ਵਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੈ। ਸੋ ਜਿਹੜੀ ਅੱਜ ਵਿਚਾਰ ਆਪਾਂ ਕਰਨੀ ਹੈ, ਇਹ ਗੂਜਰੀ ਰਾਗ ਦੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਵਾਰ ਹੈ। ਇਸ ਵਾਰ ਦੇ ਉੱਤੇ ਸਤਿਗੁਰਾਂ ਨੇ ਇੱਕ ਧੁਨੀ ਲਾਈ ਹੈ। ਆਪ ਨੂੰ ਗਿਆਤ ਹੋਵੇ, ਜਿਸ ਵੇਲੇ ਆਸਾ ਦੀ ਵਾਰ ਦਾ ਜ਼ਿਕਰ ਆਇਆ ਸੀ, ਉਹਦੇ ਉੱਪਰ ਵੀ ਧੁਨੀ ਸੀ। ਉਦੋਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ। ਇਹਨਾਂ ਵਾਰਾਂ ਦੇ ਵਿੱਚ 9 ਵਾਰਾਂ ਦੇ ਨਾਲ ਸਤਿਗੁਰਾਂ ਨੇ ਧੁਨੀਆਂ ਲਾਈਆਂ ਨੇ ਕਿ ਇਸ ਧੁਨ ਦੇ ਉੱਤੇ ਇਹਨੂੰ ਗਾਇਨ ਕਰਨਾ ਹੈ। ਸੋ ਇਸ ਵਾਰ ਦੇ ਉੱਤੇ ਵੀ ਸਤਿਗੁਰਾਂ ਨੇ ਇੱਕ ਧੁਨੀ ਲਾਈ ਹੈ। ਉਹ ਧੁਨੀ ਦਾ ਜਿਹੜਾ ਇਹ ਸਤਿਗੁਰਾਂ ਨੇ ਟਾਈਟਲ ਦਿੱਤਾ ਕਿ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਅਸਲ ਦੇ ਵਿੱਚ ਜਿਹੜਾ ਸਿਕੰਦਰ ਅਤੇ ਬ੍ਰਾਹਮਣ ਹੈ, ਇਹਨੂੰ ਇਬਰਾਹੀਮ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਰਜਵਾੜੇ ਨੇ, ਇਹ ਦੋਵੇਂ ਰਾਜੇ ਨੇ, ਹੈ ਦੋਵੇਂ ਸ਼ਰੀਕੇ ਦੇ ਵਿੱਚੋਂ। ਜਿਹੜਾ ਸਿਕੰਦਰ ਹੈ ਇਹ ਬੜਾ ਧਰਮਾਤਮਾ ਹੈ, ਬੜਾ ਭਲਾ ਪੁਰਸ਼ ਹੈ, ਬੜਾ ਚੰਗਾ ਨੇਕ ਖਿਆਲੀ ਵਾਲਾ ਹੈ। ਦੂਸਰੇ ਪਾਸੇ ਇਹਦੇ ਉਲਟ ਜਿਹੜਾ ਇਬਰਾਹੀਮ ਹੈ,
ਇਹ ਪਾਪੀ ਬਿਰਤੀ ਵਾਲਾ ਵਿਸ਼ਈ ਮਨੁੱਖ ਅਤੇ ਨਿਰਦਈ ਮਨੁੱਖ ਹੈ। ਇਸ ਧੁਨੀ ਦੇ ਬਾਬਤ ਵਿਦਵਾਨਾਂ ਨੇ ਥੋੜ੍ਹੀ ਥੋੜ੍ਹੀ ਡਿਟੇਲ ਦਿੱਤੀ ਹੈ। ਕਿਰਪਾਲ ਸਿੰਘ ਹੁਣਾਂ ਨੇ ਵੀ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ। ਉਹਨਾਂ ਲਿਖਿਆ ਕਿ ਇਬਰਾਹੀਮ ਇੰਨਾ ਕੁ ਵਿਭਚਾਰੀ ਹੈ ਕਿ ਇਹਦੇ ਰਾਜ ਦੇ ਵਿੱਚ ਕੋਈ ਵੀ ਨਵ ਵਿਆਹਿਆ ਡੋਲਾ ਆਉਂਦਾ ਤੇ ਜਿਹੜੀ ਕੰਨਿਆ ਸੁੰਦਰ ਹੁੰਦੀ ਤੇ ਇਹ ਉਹਦੇ ਨਾਲ ਪਹਿਲਾਂ ਪਾਪ ਆਪ ਕਮਾਉਂਦਾ ਸੀ, ਬਾਅਦ ਦੇ ਵਿੱਚ ਡੋਲਾ ਉਹ ਆਪਣੇ ਘਰ 'ਚ ਖੜ ਸਕਦਾ ਸੀ, ਡੋਲੇ ਵਾਲਾ ਮਨੁੱਖ। ਇੱਕ ਵਾਰ ਕੀ ਹੋਇਆ ਕਿ ਇੱਕ ਬ੍ਰਾਹਮਣ ਨੇ ਆਪਣੇ ਪੁੱਤਰ ਦੀ ਸ਼ਾਦੀ ਕੀਤੀ। ਸ਼ਾਦੀ ਤੋਂ ਬਾਅਦ ਜਦੋਂ ਉਹਦਾ ਨੌਂ ਪੁੱਤ ਵਿਆਹ ਕੇ ਡੋਲਾ ਲੈ ਕੇ ਆ ਰਿਹਾ ਏ ਤੇ ਉਸ ਬ੍ਰਾਹਮਣ ਦੇ ਮਨ ਦੇ ਵਿੱਚ ਸਹਿਮ ਪੈਦਾ ਹੋ ਗਿਆ ਕਿ ਜਿਵੇਂ ਇਬਰਾਹੀਮ ਪਹਿਲਾਂ ਪਾਪੀ ਹੈ, ਪਾਪ ਕਮਾਉਂਦਾ ਏ, ਜੇ ਮੇਰੇ ਪਰਿਵਾਰ ਦੇ ਨਾਲ ਮੇਰੇ ਬੱਚਿਆਂ ਦੇ ਨਾਲ ਇੱਦਾਂ ਕੀਤਾ ਤੇ ਇਹ ਤੇ ਧਰਮ ਭ੍ਰਿਸ਼ਟ ਹੋ ਜਾਵੇਗਾ, ਬੱਚਿਆਂ ਦੀ ਇੱਜ਼ਤ ਦੀਆਂ ਧੱਜੀਆਂ ਉੱਡਣਗੀਆਂ। ਉਸ ਬ੍ਰਾਹਮਣ ਨੇ ਫਿਰ ਜਿਹੜਾ ਸਿਕੰਦਰ ਦੀ ਸ਼ਰਨ ਲਈ, ਸਿਕੰਦਰ ਨੂੰ ਜਾ ਕੇ ਕਹਿਣ ਲੱਗਾ ਕਿ ਇਬਰਾਹੀਮ ਬੇਬਿਚਾਰੀ ਹੈ, ਮੈਂ ਆਪਣੇ ਪੁੱਤ ਨੂੰ ਵਿਆਹ ਕੇ ਲੈ ਕੇ ਆ ਰਿਹਾ ਹਾਂ, ਮੈਂ ਚਾਹੁੰਦਾ ਹਾਂ ਮੇਰੀ ਨੌਂ ਦੀ, ਮੇਰੀ ਪੁੱਤ ਦੀ, ਸਾਡੇ ਘਰ ਦੀ ਇੱਜ਼ਤ ਦੀ ਰਾਖੀ ਤੁਸੀਂ ਕਰੋ। ਸਿਕੰਦਰ ਨੇ ਇਹਨਾਂ ਨੂੰ ਪਨਾਹ ਦਿੱਤੀ, ਇਹਨਾਂ ਨੂੰ ਸ਼ਰਨ ਦਿੱਤੀ। ਜਿਸ ਵੇਲੇ ਇਬਰਾਹੀਮ ਨੂੰ ਪਤਾ ਲੱਗਾ, ਇਹਨੇ ਇੱਕ ਚਿੱਠੀ ਲਿਖ ਭੇਜੀ ਕਿ ਇਹ ਮੇਰੇ ਰਾਜ ਦੇ ਅੰਦਰ ਰਹਿੰਦੇ ਨੇ, ਮੇਰੀ ਪਰਜਾ ਏ, ਇਹਨਾਂ ਨੂੰ ਮੇਰੇ ਕੋਲ ਭੇਜ। ਸਿਕੰਦਰ ਨੂੰ ਪਤਾ ਲੱਗ ਗਿਆ ਕਿ ਇਹਦੇ ਅੰਦਰ ਜਿਹੜਾ ਉਹ ਪਾਪ ਹੈ। ਉਹਨੇ ਇਹਨੂੰ ਇਸ ਗੱਲ ਤੋਂ ਮਨਾਹੀ ਕਰ ਦਿੱਤੀ, ਜਿਹਦੇ ਫਲਸਰੂਪ ਦੇ ਵਿੱਚ ਸਿਕੰਦਰ ਨੇ ਫਿਰ ਇਬਰਾਹੀਮ ਦੇ ਉੱਤੇ ਹੱਲਾ ਬੋਲ ਦਿੱਤਾ। ਜਿਸ ਵੇਲੇ ਇਹਨਾਂ ਦੋਵਾਂ ਦੇ ਵਿੱਚ ਜੰਗ ਹੋਈ ਤੇ ਉਸ ਵੇਲੇ ਇਬਰਾਹੀਮ ਜਿਹੜਾ ਹਾਰ ਦਾ ਮੂੰਹ ਖਾਂਦਾ ਹੈ, ਸਿਕੰਦਰ ਜਿੱਤ ਜਾਂਦਾ ਹੈ ਤੇ ਇਬਰਾਹੀਮ ਨੂੰ ਕੈਦ ਕਰਕੇ ਆਪਣੇ ਕੋਲ ਰੱਖ ਲੈਂਦਾ ਹੈ। ਕੁਝ ਸਮਾਂ ਇਬਰਾਹੀਮ ਜਿਹੜਾ ਕੈਦ ਦੇ ਵਿੱਚ ਰਿਹਾ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਸਿਕੰਦਰ ਨੇ ਨੇਕੀਆਂ ਦੇ ਨਾਲ, ਚੰਗੀਆਂ ਗੱਲਾਂ ਦੇ ਨਾਲ ਇਬਰਾਹੀਮ ਦਾ ਜੀਵਨ ਜਿਹੜਾ ਸੀ ਉਹ ਤਬਦੀਲ ਕਰ ਦਿੱਤਾ। ਇੱਕ ਚੰਗੀ ਸੰਗਤ ਮਿਲ ਗਈ। ਦੂਸਰਾ, ਇਬਰਾਹੀਮ ਹਾਰ ਦਾ ਮੂੰਹ ਖਾ ਕੇ ਕੈਦਖਾਨੇ ਦੇ ਵਿੱਚ ਪਿਆ ਹੋਇਆ ਸੀ, ਜਿਹਦੇ ਕਾਰਨ ਨਮੋਸ਼ੀ ਹੋਈ ਤੇ ਇਹਨੇ ਗਾਂ ਤੋਂ ਜਿਹੜਾ ਸੀ ਵਿਕਾਰ, ਆਪਣੀ ਗਲਤ ਰੀਤੀਆਂ, ਵਿਭਚਾਰ ਤਿਆਗਣ ਦਾ ਪ੍ਰਣ ਕੀਤਾ। ਸਿਕੰਦਰ ਨੇ ਭਲਮਾਨਸੀ ਦੇ ਕਰਕੇ ਇਹਨੂੰ ਫਿਰ ਜਿਹੜਾ ਛੱਡ ਦਿੱਤਾ। ਜਿਸ ਵੇਲੇ ਇਹਨੂੰ ਛੱਡ ਦਿੱਤਾ, ਉਸ ਵੇਲੇ ਢਾਡੀਆਂ ਨੇ ਜਿਹੜੀ ਹੈ ਇਸ ਸਿਕੰਦਰ ਅਤੇ ਇਬਰਾਹੀਮ ਦੇ ਉੱਤੇ ਇੱਕ ਵਾਰ ਗਾਈ। ਜਿਸ ਵੇਲੇ ਇਹਨਾਂ ਦੋਵਾਂ ਜਾਣਿਆਂ ਦੀ ਵਾਰ ਗਾਈ ਗਈ, ਉਹ ਜਿਹੜੀ ਧੁਨੀ ਸੀ, ਉਹ ਧੁਨੀ ਦੇ ਉੱਤੇ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਭਲਿਆ ਆ ਜਿਹੜੀ ਵਾਰ ਹੈ ਉਸ ਧੁਨੀ ਦੇ ਉੱਪਰ ਗਾਉਣੀ ਹੈ ਜਿਸ ਧੁਨੀ ਦੇ ਉੱਤੇ ਸਿਕੰਦਰ ਇਬਰਾਹੀਮ ਦੀ ਵਾਰ ਗਾਈ ਜਾਂਦੀ ਸੀ। ਯਾਦ ਰੱਖਿਓ, ਉਸ ਵਾਰ ਦੀਆਂ 5 ਪੌੜੀਆਂ, ਇੱਕ ਪੌੜੀ ਦੀਆਂ 5 ਪੰਕਤੀਆਂ ਸਨ। ਸੋ ਇੱਥੇ ਵੀ ਇਸ ਵਾਰ ਦੇ ਵਿੱਚ ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਿੰਦਾ। ਇਸ ਵਾਰ ਦੀਆਂ 22 ਪੌੜੀਆਂ ਨੇ। 22 ਪੌੜੀ ਦੀਆਂ ਜਿਹੜੀਆਂ ਨੇ ਉਹ ਇੱਕ ਪੌੜੀ ਦੇ ਨਾਲ 5-5 ਪੰਕਤੀਆਂ ਨੇ। ਹਰੇਕ ਪੌੜੀ ਦੇ ਨਾਲ 2-2 ਸ਼ਲੋਕ ਨੇ ਤੇ ਜਿੰਨੇ ਵੀ ਸ਼ਲੋਕ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਸਵਾਏ ਆਪਾਂ ਚੌਥੀ ਪੌੜੀ ਪੜ੍ਹਾਂਗੇ ਜਦੋਂ ਉਹਦਾ ਜ਼ਿਕਰ ਆਵੇਗਾ। ਉਸ ਚੌਥੀ ਪੌੜੀ ਦੇ ਨਾਲ ਇੱਕ ਬਾਬਾ ਕਬੀਰ ਸਾਹਿਬ ਜੀ ਦਾ, ਭਗਤ ਕਬੀਰ ਜੀ ਦਾ ਜਿਹੜਾ ਉਹ ਪਾਵਨ ਸ਼ਲੋਕ ਹੈ। ਬਾਕੀ ਜਿੰਨੇ ਵੀ ਸ਼ਲੋਕ ਨੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ ਅਤੇ ਪੌੜੀਆਂ ਵੀ ਜਿਹੜੀਆਂ ਨੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨੇ। ਇਹ ਵੀ ਵਿਚਾਰ ਆਪਾਂ ਪਹਿਲਾਂ ਕੀਤੀ ਸੀ ਇਹ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜੀਆਂ ਪਹਿਲਾਂ ਵਾਰਾਂ ਹੁੰਦੀਆਂ ਸਨ ਨਾ, ਉਹਨਾਂ ਦੇ ਨਾਲ ਇਹ ਉਹਨਾਂ ਜਿਹੜੇ ਸ਼ਲੋਕ ਨੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਰਜ ਕੀਤੇ ਨੇ। ਵਾਰਾਂ ਦਾ ਅਸਲੀ ਰੂਪ ਸੀ ਕੇਵਲ ਪੌੜੀਆਂ। ਸਾਡੇ ਕੋਲ ਅਜੇ ਵੀ 2 ਵਾਰਾਂ ਨੇ, ਇੱਕ ਬਸੰਤ ਕੀ ਵਾਰ ਹੈ, ਇੱਕ ਰਾਮਕਾਲੀ ਰਾਗ ਦੇ ਅੰਦਰ ਸੱਤੇ ਬਲਵੰਡ ਜੀ ਹੁਣਾਂ ਦੀ ਵਾਰ ਹੈ। ਉਹਨਾਂ ਵਾਰਾਂ ਦੇ ਨਾਲ ਦੇਖੋ ਸ਼ਲੋਕ ਨਹੀਂ, ਇਹ ਅਸਲੀ ਰੂਪ ਹੈ। ਇਹਨਾਂ ਵਾਰਾਂ ਦੇ ਨਾਲ ਜਿਹੜਾ ਸ਼ਲੋਕ ਨਹੀਂ ਸੀ, ਪਰ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਤਿਆਰ ਕੀਤੀ ਗਈ,
उस वेले इन्हां वारां दे नाल सलोक भी गुरु अर्जन साहब महाराज जी ने लाए। ढुकवें सलोक जिहड़ी पौड़ी की व्याख्या कर सकते सन ਅਤੇ इन्हां वारां दे नाल जिहड़ियां 9 ਧੁਨੀਆਂ ने ਉਹ 9 ਧੁਨੀਆਂ भी गुरु अर्जन साहब महाराज जी ने अंकित कीतियां ने। किते कोई टपला खा के गुरु हरगोबिंद साहब महाराज जी का जिक्र कर दिंदा है, पर नहीं, गुरु ग्रंथ साहब महाराज जी की जो बीड़ तैयार होंदी है, ये नाल दी नाल धुनियां उस वेले याद रखियो गुरु अर्जन साहब महाराज जी आप अंकित करते हैं। तो जिहड़े सलोक ये 12 तो वध गए, वो अज भी आप गुरु ग्रंथ साहब के अखीर के उत्ते शब्द पढ़ते हैं, सलोक 12 ते वधिक। वो सलोक ने जिहड़े 12 के भाव उन्होंने स्पष्ट करन तो बिना बच गए, वो अखीर ते मेरे सतगुरां ने दर्ज कर दिते। सो ये अज जिहड़ी आपां वार आरंभ कर रहे हैं, ये गूजरी दी वार है। तो सिकंदर इब्राहिम दे जिहड़ी मैं साखी तुहाडे नाल सांझी कर दित्ती, उन्हां दे जीवन नूं ये गल प्रसंग दर्शाउंदा है कि जिवें सिकंदर दी नेकी ने इब्राहिम दी जिहड़ी सी बुराई खत्म करके उन्होंने भी सच दे नाल जोड़ दिता। मनुख दी जीवनी जिहड़ी है, मनुख दी जिंदगी जिहड़ी है, याद रखियो इब्राहिम वांग कुरीतियां दे नाल भरी पई है। जे किते सिकंदर वर्गियां दी संगत इनू मिल जावे, ये भी अपना जिहड़ा जीवन बदल के ते अपना जीवन जिहड़ा है वो उच्चा सुच्चा कर सकदा है। मेरे सतगुरां ने वो ये धुनी दित्ती है। सो यदी आरंभता वार दी गुरु ग्रंथ साहब तो अज आपां 508 अंग तो कर रहे हैं। गूजरी की वार, जिवें मैं आरंभ च कह दिता कि गूजरी दे अंदर 2 वारां ने। महला तीजा, इहदा भाव है कि भाई ये जिहड़ी वार है गूजरी दी, ये गुरु अमरदास महाराज जी की वार है। सिकंदर इब्राहिम की वार की धुनी गाउणी, कहण लगे सिकंदर इब्राहिम की जिहड़ी धुनी है वो वाली धुन तुसी इत्थे लाउणी है। अगे सतगुरु बख्शिश करते हैं, एक ओंकार सतगुर प्रसाद, ये मंगलाचरण किया है। कह लगे वो परमात्मा अकाल पुरख वाहिगुरु एक है, वो ब्रह्म स्वरूप है, वो सत स्वरूप है। इत्थे एक गल याद रखियो, मैं काफ़ी समा पहला भी बेनती की सी, एक दा भाव कि जिहदे वर्गा दूसरा कोई नहीं। क्योंकि कई बारी ना मनुख के मन दे विच आ जाता, जे परमात्मा एक है, जिवें अजकल तर्क बड़ा चलता है ना, ये सुभाव बन चुका है मनुख का, निक्की निक्की गल दे उत्ते तर्क। फिर तो तुसी आखोगे कि इस धरती का चन्न भी एक है, इस धरती का सूरज भी एक है, इहदा कई जिहड़ियां चीज़ां ने वो एक ने। पर यदा अर्थ नहीं जे सूरज एक है तो सूरज रब बन गया। पर बाणी कहिंदी है, जो असी गुरमत का फलसफा पढ़ांगे ना, 10वें पातशाह की बाणी भी ये गल कहिंदी है, नमो सूरज सूरजे, पता नहीं किन्ने क परमात्मा ने सूरजां वर्गे सूरज पैदा किए हुए ने। राजान राज पान आन पान, वो राजियां दा राजा सूरजां दा सूरज है, उहदे वर्गा कोई ये परमात्मा ने अपने वर्गा कोई होर पैदा नहीं किया, ना ही परमात्मा वर्गा कोई हैगा। केवल ते केवल वो परमात्मा एक है, वो एक रूप है, एक रस है। याद रखियो लगातार वो जिहड़ा कंटीन्यू चलदा पिया है, एक ओंकार, वो एक परमात्मा अद्वितीय है। कार का जिहड़ा आपां अर्थ करते हैं, वह अर्थ हुंदा कंटीन्यू लगातार एक रस। जिवें तेल की धार एकदम वहिंदी है ना, वो टुटदी नहीं, इस तरीके दे नाल परमात्मा की जिहड़ी कार है वो लगातार जदों की सृष्टि शुरू हुई है, आपां ते सृष्टि नूं लैके चलना है। वैसे इस पौड़ी दे विच आउणा है जिहड़ा कि परमात्मा जदों कुछ भी नहीं सी, वो उदों भी मौजूद सी। जे आपां सृष्टि नूं लैके चलीए, एक गल याद रखियो, अज तक जदों की सृष्टि बनी अज तक परमात्मा की होंद ते परमात्मा की जिहड़ी कार है इस संसार च चलदी पई है। इस करके वो परमात्मा एक है, एक ओंकार। अगे शब्द है सतगुर प्रसाद। सतगुर का अर्थ है सच्चा गुरु। वो गुरु जिहड़ा परमात्मा दे विच अभेदता हासिल कर चुकिया है, वो गुरु जिहड़ा सच दे नाल जुड़ चुकिया है। तो याद रखियो गुरु ग्रंथ साहब महाराज जी की बाणी ने ना सच्चे गुरु अते झूठे कच्चे गुरु का भी जिक्र किया है। असी चलो गुरु अमरदास जी की वार है, इहो 2 उदाहरण मैं दे देना। सतगुरां ने दोवां थावां दे उत्ते जिहड़ा है वो गुरु की गल कीती है। जिथे सच्चे की गल कीती है तो उत्थे क्या है कि भलिओ आवो सिख सतगुरु के प्यारिओ, गावो सच्ची बाणी, तुसी सतगुरु दे प्यारे जे। तो याद रखियो जिथे झूठे गुरु की गल कीती है, कह लगे सतगुरु बिना होर कच्ची है बाणी। जिहड़ा गुरु झूठा है, उहदी बाणी भी झूठी है, उहदे बोल भी झूठे ने।
ਤੇ ਇੱਕ ਮੈਂ ਗੱਲ ਕਹਿ ਦੇਣਾ, ਚਲੋ ਸੁਖਮਨੀ ਸਾਹਿਬ ਦੀ ਉਦਾਹਰਨ ਦੇ ਦੇਣਾ। ਗੁਰੂ ਅਰਜਨ ਸਾਹਿਬ ਤੋਂ ਪਰਿਭਾਸ਼ਾ ਪੁੱਛੀਏ ਗੁਰੂ ਦੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਇੱਕ ਓੰਕਾਰ। ਸਤਿਗੁਰ ਪ੍ਰਸਾਦ ਉਹ ਗੁਰੂ ਜਿਹੜਾ ਉਹਦੇ 'ਚ ਅਭੇਦ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਇੱਥੇ ਸਤਿਗੁਰੂ ਕਹਿਣ ਲੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਦੁੱਤੀ ਬ੍ਰਹਮ ਪਰਮਾਤਮਾ ਅਕਾਲ ਪੁਰਖ ਇੱਕ ਰਸ ਸਰਬ ਵਿਆਪਕ ਇੱਕ ਰੂਪ ਹੈ। ਅੱਗੇ ਕਹਿਣ ਲੱਗੇ ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਜੀ ਕਿਰਪਾ। ਇਹਨੂੰ ਪ੍ਰਸ਼ਾਦ ਨਹੀਂ ਬਣਾਉਣਾ, ਸੱਸੇ ਪੈਰ ਬਿੰਦੀ ਨਹੀਂ ਲੱਗਣੀ। ਜੇ ਪ੍ਰਸ਼ਾਦ ਬਣਾਵਾਂਗੇ ਉਹਦਾ ਅਰਥ ਹੋ ਜਾਏਗਾ ਆ ਕੜਾਹ ਪ੍ਰਸ਼ਾਦ ਜਿਹੜਾ ਆਪਾਂ ਛਕਦੇ ਹਾਂ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਦਇਆ। ਕਹਿਣ ਲੱਗੇ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਤੇ ਇੱਕ ਗੱਲ ਯਾਦ ਰੱਖਿਓ, ਇੱਕ ਹੋਰ ਉਦਾਹਰਨ ਕਿਰਪਾ ਤੇ ਮੈਂ ਦੇ ਦੇਣਾ। ਗੁਰੂ ਦੇ ਕੋਲ ਇੰਨੀ ਕੁ ਜ਼ਿਆਦੀ ਤਾਕਤ ਜੇ ਉਹ ਮਨੁੱਖ ਦੇ ਔਗਣਾਂ ਤੇ ਪਰਦਾ ਪਾ ਕੇ ਉਹਨੂੰ ਰੱਬ ਦੇ ਨਾਲ ਮਿਲਾ ਦਿੰਦਾ। ਜੇ ਅਸੀਂ ਖੁਦ ਜ਼ਿਕਰ ਕਰੀਏ ਨਾ ਵੀ ਅਸੀਂ ਖੁਦ ਪ੍ਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕਰ ਲਈਏ, ਬੜੀ ਔਖੀ ਹੈ। ਬੜਾ ਲੰਮਾ ਸਮਾਂ ਬਾਣੀ ਕਹਿੰਦੀ ਹੈ ਕਿ ਗੁਰੂ ਤੋਂ ਬਿਨਾਂ ਜੀਵ ਨੂੰ ਜਿਹੜੀ ਉਹ ਮੁਕਤੀ ਨਹੀਂ ਮਿਲਦੀ। ਗੁਰੂ ਦੇ ਬਿਨਾਂ ਮਨੁੱਖ ਕਿਸੇ ਪਾਸੇ ਨਹੀਂ ਲੱਗਦਾ। ਇਹਨੂੰ ਫਿਰ ਗੁਰੂ ਅਰਜਨ ਸਾਹਿਬ ਸਪਸ਼ਟ ਕਰਦੇ ਨੇ, ਕਹਿਣਗੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕਹਿ ਲਗੇ ਸਤਿਗੁਰ ਪ੍ਰਸਾਦ ਉਹਦੀ ਕਿਰਪਾ ਕਿਵੇਂ ਵਾਪਰਦੀ ਹੈ। ਕਹਿ ਲਗੇ ਮੈਂ ਸੁਣਿਆ ਸੀ ਕਿ ਗੁਰੂ ਜਿਹੜਾ ਉਹ ਰੱਬ ਦੇ ਨਾਲ ਮਿਲਾਉਂਦਾ ਹੈ। ਅੱਜ ਉਹਨੂੰ ਜਦੋਂ ਉਹਦੇ ਘਰ 'ਚ ਆਇਆ ਅੱਖਾਂ ਦੇ ਨਾਲ ਦੇਖ ਵੀ ਲਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕੀ ਕਰਦਾ ਹੈ? ਵਿਛੜਿਆ ਮੇਲੇ ਪ੍ਰਭੂ। ਜੀਵ ਆਤਮਾ ਜਿਹੜੇ ਵਿਛੜ ਚੁੱਕੇ ਨੇ ਜੀਵ, ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਕਹਿ ਲਗੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਗੁਰੂ ਪਰਮਾਤਮਾ ਦੇ ਨਾਲ ਕਿਰਪਾ ਕਰਕੇ ਰਹਿਮਤ ਕਰਕੇ ਮਿਲਾ ਦਿੰਦਾ। ਇੱਥੇ ਸਤਿਗੁਰੂ ਕਹਿਣਗੇ ਸਤਿਗੁਰ ਪ੍ਰਸਾਦ। ਤੇਰੇ ਉੱਤੇ ਗੁਰੂ ਦੀ ਕਿਰਪਾ ਹੋਣੀ ਅਤ ਲਾਜ਼ਮੀ ਹੈ। ਜਿਸ ਦਿਨ ਗੁਰੂ ਦੀ ਕਿਰਪਾ ਹੋ ਗਈ, ਯਾਦ ਰੱਖੀ ਗੁਰੂ ਦੀ ਕਿਰਪਾ ਸਦਕਾ ਤੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕਮਿਕ ਹੋ ਜਾਵੇਂਗਾ। ਇਹ ਸਤਿਗੁਰਾਂ ਨੇ ਉੱਤੇ ਹੈਡਿੰਗ ਦਿੱਤਾ ਹੋਇਆ ਹੈ। ਅੱਗੇ ਵਾਰ ਆਰੰਭ ਹੁੰਦੀ ਪਈ ਹੈ। ਇਹਦੇ ਨਾਲ ਜਿਹੜਾ ਪਹਿਲਾ ਸ਼ਲੋਕ ਹੈ, ਮੈਂ ਫਿਰ ਬੇਨਤੀ ਕੀਤੀ ਹੈ, 22 ਵਾਰਾਂ ਨੇ, ਇਹ 22 ਪੌੜੀਆਂ ਨੇ, 22 ਪੌੜੀਆਂ ਨੇ ਇਸ ਗੁਜਰੀ ਰਾਗ ਦੀਆਂ। ਤੇ 22 ਪੌੜੀਆਂ ਦੇ ਨਾਲ ਜਿਹੜੇ ਨੇ ਉਹ ਹਰੇਕ ਪੌੜੀ ਦੇ ਨਾਲ 2-2 ਸ਼ਲੋਕ ਨੇ। ਪਹਿਲੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਤੀਜਾ। ਇਹ ਸ਼ਲੋਕ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਇਹ 'ਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਇਹ ਜਗ ਮਮਤਾ ਮੋਆ ਜੀਵਨ ਕੀ ਬਿਦ ਨਾਹੇ। ਮਮਤਾ ਦਾ ਅਰਥ ਹੁੰਦਾ ਆਪਣਾਪਨ, ਮੈਂ ਮੇਰੀ ਦੇ ਵਿੱਚ। ਕਹਿਣ ਲੱਗੇ ਇਹ ਜਿੰਨਾ ਵੀ ਸੰਸਾਰ ਹੈ ਨਾ, ਇਹ ਮੈਂ ਦੇ ਵਿੱਚ ਹੀ ਖਪਦਾ ਜਾਂਦਾ ਹੈ। ਇਹਨੂੰ ਜਿਹੜਾ ਇਹ ਜੀਵਨ ਜਿਉਣ ਦਾ ਬਿਦ ਦਾ ਅਰਥ ਹੁੰਦਾ ਤਰੀਕਾ, ਜੁਗਤ। ਕਹਿ ਲੱਗੇ ਇਸ ਸੰਸਾਰ ਨੂੰ, ਇਸ ਜਗਤ ਨੂੰ ਅਜੇ ਤੱਕ ਜਿਉਣ ਦਾ ਤਰੀਕਾ ਨਹੀਂ ਆਇਆ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਗੁਰਮੁਖੋ, ਜਿੱਥੇ ਮੈਂ ਆ ਜਾਵੇ ਉੱਥੇ ਇਕੱਲਾ ਰਹਿ ਜਾਂਦਾ ਹੈ। ਮਨੁੱਖ ਹੋਵੇ, ਜੀਵ ਹੋਵੇ, ਕੋਈ ਵੀ ਹੋਵੇ, ਵਾਸਾ ਜਿਹੜਾ ਉਹ ਤੂੰ ਦੇ ਨਾਲ ਹੁੰਦਾ ਹੈ। ਉਦਾਹਰਨ ਚਲੋ ਮੈਂ ਬਾਣੀ 'ਚੋਂ ਦੇ ਦਿੰਦਾ, ਪਰ ਪਹਿਲਾਂ ਆਪਾਂ ਥੋੜ੍ਹੀ ਜਿਹੀ ਦੁਨਿਆਵੀ ਉਦਾਹਰਨ ਲੈ ਲੈਂਦੇ ਹਾਂ। ਅਸੀਂ ਆਪਣਾ ਪਰਿਵਾਰ ਦੇਖਦੇ ਹਾਂ। ਪਰਿਵਾਰ ਦੇ ਵਿੱਚ 4, 5, 6 ਕਿੰਨੇ ਵੀ ਜੀਵ ਨੇ। ਤੇ ਜੇ ਉਹਦੇ ਵਿੱਚ ਜੀਵਾਂ ਦੇ ਵਿੱਚ ਇੱਕ ਜਾਣਾ ਆਖੇ ਵੀ ਇਕੱਲਾ ਮੈਂ ਹੀ ਹਾਂ, ਮੈਂ ਆਪਣੀ ਮਰਜ਼ੀ ਕਰਾਂਗਾ, ਕਿਸੇ ਦੀ ਗੱਲ ਨਹੀਂ ਮੰਨਣੀ, ਯਾਦ ਰੱਖਿਓ ਉਹ ਪਰਿਵਾਰ ਕਦੀ ਵੀ ਬੱਝ ਕੇ ਨਹੀਂ ਰਹਿਣਗੇ। ਜਿਸ ਪਰਿਵਾਰ ਦੇ ਵਿੱਚ ਮੈਂ ਆ ਜਾਵੇ, ਜਿਸ ਪਰਿਵਾਰ ਦੇ ਵਿੱਚ ਹਉਮੈ ਈਗੋ ਆ ਜਾਵੇ, ਉਹ ਪਰਿਵਾਰਾਂ ਦੇ ਪਰਿਵਾਰ ਟੁੱਟ ਜਾਂਦੇ ਨੇ। ਜਿਸ ਨਗਰ ਦੇ ਵਿੱਚ, ਜਿਸ ਪਿੰਡ ਦਾ ਸਰਪੰਚ ਜਾਂ ਚੌਧਰੀ ਆਖੇ ਮੈਂ ਆਪਣੀ ਮਰਜ਼ੀ ਕਰਨੀ ਹੈ, ਉੱਥੇ ਬਗਾਵਤ ਖੜੀ ਹੋ ਜਾਏਗੀ। ਜਿਸ ਦੇਸ਼ ਦਾ ਮੰਤਰੀ ਕੋਈ ਇਹ ਗੱਲ ਕਵੇ ਮੈਂ ਆਪਣਾ ਰਾਜ ਚਲਾਉਣਾ ਹੈ, ਉੱਥੇ ਬਗਾਵਤ ਖੜੀ ਹੋ ਜਾਏਗੀ। ਯਾਦ ਰੱਖਿਓ ਵਸੋ ਜਿਹੜੀ ਹਮੇਸ਼ਾ ਤੂੰ ਤੇ ਹੁੰਦੀ ਹੈ, ਮੈਂ ਦੇ ਨਾਲ ਹਮੇਸ਼ਾ ਦੁਨੀਆ ਉਜੜਦੀ ਪਈ ਹੈ। ਇਹਨੂੰ ਸਤਿਗੁਰਾਂ ਦੀ ਬਾਣੀ ਨੇ ਬੜਾ ਸੋਹਣਾ ਜ਼ਿਕਰ ਕੀਤਾ। ਅਸੀਂ ਭਗਤ ਰਵਿਦਾਸ ਜੀ ਦਾ ਬਚਨ ਪੜ੍ਹਦੇ ਹਾਂ। ਕਹਿਣ ਲੱਗੇ ਪ੍ਰਭੂ ਜੀ ਮੈਂ ਬੜਾ ਯਤਨ ਕੀਤਾ ਤੁਹਾਡੇ ਨਾਲ ਮਿਲਣ ਦੇ ਲਈ। ਕਹਿਣ ਲੱਗੇ ਮੈਂ ਹਮੇਸ਼ਾ ਚਾਹੁੰਦਾ ਸਾਂ ਕਿ ਮੈਂ ਬੰਦਗੀ ਕਰਾਂ, ਮੈਂ ਨਾਮ ਜਪਾਂ, ਮੈਂ ਨਾਮ ਜਪਾਂ। ਕਹਿਣ ਲੱਗੇ ਜਦੋਂ ਮੈਂ ਲੈ ਕੇ ਚੱਲਿਆ, ਬੰਦਗੀ ਕਰਕੇ ਤੇ ਵੇਖ ਲਈ, ਉਦੋਂ ਤੇਰਾ ਵਾਸਾ ਕੋਈ ਨਹੀਂ ਹੋਇਆ। ਕਹਿਣ ਲੱਗੇ ਫਿਰ ਜਾ ਕੇ ਮੈਨੂੰ ਸੋਝੀ ਪਈ। ਜਿਸ ਵੇਲੇ ਸੋਝੀ ਪਈ, ਮੈਂ ਦੀ ਧੁਨੀ ਨੂੰ ਛੱਡ ਕੇ ਜਿਸ ਵੇਲੇ ਤੂੰ ਪੁਕਾਰਨਾ ਕੀਤਾ ਹੈ,
ਅੱਜ ਮੈਂ ਖਤਮ ਹੋ ਚੁੱਕੀ ਹੈ, ਅੱਜ ਤੇਰਾ ਮੇਰੇ ਹਿਰਦੇ ਦੇ ਵਿੱਚ ਵਾਸਾ ਹੋ ਚੁੱਕਾ ਹੈ। ਉਹ ਅਸੀਂ ਬਚਨ ਪੜ੍ਹਦੇ ਆ, ਜਬ ਹਮ ਹੋਤੇ ਤਬ ਤੂੰ ਨਾਹੀਂ। ਕਹਿਣ ਲੱਗੇ ਜਦੋਂ ਮੈਂ ਕਹਿੰਦਾ ਸਾਂ, ਮੈਂ ਬਾਣੀ ਪੜ੍ਹਦਾ ਹਾਂ, ਮੈਂ ਨਾਮ ਜਪਦਾ ਹਾਂ, ਮੇਰੇ ਵਰਗਾ ਭਗਤ ਕੋਈ ਨਹੀਂ, ਅੱਜ ਸਾਨੂੰ ਇਹ ਚੀਜ਼ਾਂ ਬੜੀਆਂ ਆਣ ਕੇ ਜੀਵਨ ਨੂੰ ਰੁਕਾਵਟਾਂ ਪਾਉਂਦੀਆਂ ਨੇ। ਮੈਂ ਬੜੀ ਵਾਰੀ ਬੇਨਤੀ ਕੀਤੀ, ਪਿਛਲੇ ਦਿਨਾਂ 'ਚ ਵੀ ਕਿਹਾ ਸੀ, ਗੁਰਮੁਖੋ ਸਧਾਰਨ ਮਨੁੱਖ ਹੰਕਾਰ ਕਰ ਲਵੇ, ਉਹਦਾ ਹੰਕਾਰ ਕਿਤੇ ਨਾ ਕਿਤੇ ਟੁੱਟ ਜਾਵੇਗਾ, ਪਰ ਇੱਕ ਪੜ੍ਹੇ ਲਿਖੇ ਇੱਕ ਗਿਆਨੀ ਦਾ ਹੰਕਾਰ ਜਿਹੜਾ ਇਹ ਬੜਾ ਔਖਾ ਟੁੱਟਦਾ ਹੈ। ਹਮੇਸ਼ਾ ਡੁੱਬਦੇ ਜਿਹੜੇ ਉਹ ਤਾਰੂ ਹੁੰਦੇ ਨੇ। ਤੁਸੀਂ ਵੇਖੋ, ਕੋਈ ਨਹਿਰ ਦੇ ਵਿੱਚ ਡੁੱਬ ਗਿਆ, ਕੋਈ ਸਮੁੰਦਰ 'ਚ ਡੁੱਬ ਗਿਆ, ਕੌਣ ਡੁੱਬਦੇ ਨੇ? ਉਹੀ ਉਹ ਡੁੱਬਦੇ ਜਿਹੜਾ ਵਿੱਚ ਵੜਦਾ ਉਹ ਹੈ ਜਿਹਨੂੰ ਤਰਨਾ ਆਉਂਦਾ ਹੈ। ਜਿਹਨੂੰ ਤਰਨਾ ਨਹੀਂ ਆਉਂਦਾ ਉਹ ਨਹਿਰ 'ਚ ਨਹੀਂ ਵੜਦਾ, ਉਹ ਪਾਣੀ ਦੇ ਵਿੱਚ ਦਰਿਆ 'ਚ ਨਹੀਂ ਵੜੇਗਾ ਕਿ ਮੈਂ ਡੁੱਬ ਜਾਵਾਂਗਾ। ਡੁੱਬਦਾ ਉਹ ਹੈ ਜਿਹੜਾ ਹੰਕਾਰ ਲੈ ਕੇ ਵੜਦਾ ਕਿ ਮੈਂ ਪਾਣੀ ਨੂੰ ਚੀਰ ਜਾਵਾਂਗਾ। ਕਈ ਵਾਰੀ ਜਿਹੜਾ ਹੈ ਉਹ ਜ਼ਿਆਦਾ ਆਪਣੇ ਆਪ 'ਤੇ ਜਿਹੜਾ ਮਾਣ ਹੁੰਦਾ ਹੈ ਉਹ ਵੀ ਬੰਦੇ ਨੂੰ ਲੈ ਕੇ ਡੋਬ ਦਿੰਦਾ ਹੈ। ਇੱਕ ਉਹ ਮਨੁੱਖ ਜਿਹਨੇ ਕਦੀ ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਉਹ ਤਾਂ ਸਿੱਧਾ ਕਹਿ ਦੇਗਾ ਜੀ ਮੈਂ ਤਾਂ ਗੁਨਾਹਗਾਰ ਹਾਂ, ਮੇਰੇ ਪੱਲੇ ਕੋਈ ਨਹੀਂ। ਉਹ ਤਾਂ ਕਿਤੇ ਨਾ ਕਿਤੇ ਬਖਸ਼ਿਆ ਜਾ ਸਕਦਾ ਹੈ। ਪਰ ਜਿਹੜਾ ਧਰਮ ਦਾ ਬਾਣਾ ਪਾ ਕੇ ਧਰਮ ਦੀ ਦੁਨੀਆ 'ਚ ਕਹਿੰਦਾ ਮੇਰੇ ਨਾਲ ਦਾ ਗਿਆਨੀ ਕੋਈ ਨਹੀਂ, ਮੇਰੇ ਨਾਲ ਦਾ ਵਿਦਵਾਨ ਕੋਈ ਨਹੀਂ, ਮੇਰੇ ਨਾਲ ਦਾ ਸੇਵਾਦਾਰ ਨਹੀਂ, ਮੇਰੇ ਨਾਲ ਦਾ ਭਗਤ ਕੋਈ ਨਹੀਂ, ਮੇਰੇ ਨਾਲ ਦਾ ਪ੍ਰੇਮੀ ਕੋਈ ਨਹੀਂ, ਯਾਦ ਰੱਖਿਓ ਉਹ ਕਿਤੇ ਕਿੱਥੇ ਬਖਸ਼ਿਆ ਜਾਵੇਗਾ। ਸਤਿਗੁਰੂ ਜੀ ਦੇ ਉਹ ਅੰਮ੍ਰਿਤ ਭਗਤ ਜੀ ਦਾ ਬਚਨ ਕਹਿਣ ਲੱਗੇ, ਜਬ ਹਮ ਹੋਤੇ, ਕਹਿਣ ਲੱਗੇ ਜਦੋਂ ਮੈਂ ਕਹਿੰਦਾ ਸਾਂ ਕਿ ਮੈਂ ਹੀ ਹਾਂ, ਕੇਵਲ ਤੇ ਕੇਵਲ ਮੈਂ ਹਾਂ, ਤਬ ਤੂੰ ਨਾਹੀਂ, ਉਹਨਾਂ ਚਿਰ ਤੂੰ ਦਾ ਵਾਸਾ ਨਹੀਂ। ਅੱਜ ਇਹੋ ਕਾਰਨ ਹੈ ਗੁਰਮੁਖੋ, ਥਾਂ ਥਾਂ ਦੇ ਉੱਤੇ ਜਿਹੜਾ ਅੱਜ ਬਾਣੀ ਚੱਲਦੀ ਹੈ, ਸਿਮਰਨ ਚੱਲਦਾ ਹੈ, ਸੇਵਾ ਚੱਲਦੀ ਹੈ, ਪਰ ਅੰਦਰ ਰੱਬ ਦੀ ਝਲਕ ਕਿਉਂ ਨਹੀਂ ਨਜ਼ਰ ਆ ਰਹੀ? ਕਿਉਂਕਿ ਜੇ ਕੋਈ ਸੇਵਾ ਕਰਦਾ ਹੈ ਕਹਿੰਦਾ ਮੈਂ ਸੇਵਾ ਕੀਤੀ, ਜੇ ਕੋਈ ਬਾਣੀ ਪੜ੍ਹਦਾ ਕਹਿੰਦਾ ਮੈਂ ਪੜ੍ਹੀ, ਜੇ ਕੋਈ ਨਾਮ ਜਪਦਾ ਕਹਿੰਦਾ ਮੈਂ ਜਪਿਆ। ਪਰ ਅੰਮ੍ਰਿਤ ਬਾਣੀ ਦਾ ਸਿਧਾਂਤ ਕਹਿੰਦਾ ਜੇ ਮੈਂ ਦੀ ਧੁਨੀ ਲਾਏਗਾ ਤੇ ਪੱਲੇ ਕੁਛ ਨਹੀਂ ਪੈਣਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਕਹਿਣ ਲੱਗੇ ਹੁਣ ਇਹੋ ਜਿਹਾ ਸਮਾਂ ਆ ਗਿਆ, ਹਿਰਦੇ ਦੇ ਵਿੱਚ ਤੂੰ ਆਣ ਕੇ ਵਸ ਗਿਆ ਹੈ। ਉਹ ਵਸਿਆ ਕਦੋਂ? ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇੱਥੇ ਮੈਂ ਇੱਕ ਹੋਰ ਬੇਨਤੀ, ਇਹ ਇੱਕ ਤੂੰ ਹੁੰਦਾ ਜੀ ਵਿਖਾਵੇ ਦਾ। ਕਈ ਵਾਰੀ ਨਾ ਲੋਕ ਇੱਦਾਂ ਦੇ ਮਿਲ ਜਾਂਦੇ ਨੇ ਜਿਹੜੇ ਕਹਿਣਗੇ ਨਹੀਂ ਨਹੀਂ ਜੀ ਤੁਹਾਡੀ ਕਿਰਪਾ, ਤੁਹਾਡੇ ਚਰਨਾਂ ਦੀ ਧੂੜ ਹੈ। ਮੈਨੂੰ ਮਸਕੀਨ ਜੀ ਦੀ ਗੱਲ ਯਾਦ ਆ ਗਈ। ਉਹਨਾਂ ਨੇ ਨਾ ਸ਼ਾਇਦ ਦਿੱਲੀ ਦੀ ਗੱਲ ਸੀ, ਗੁਰਦੁਆਰਾ ਸਾਹਿਬ ਦੀ। ਉਹ ਕਹਿੰਦੇ ਮੈਂ ਕਥਾ ਕਰਕੇ ਜਦੋਂ ਵੀ ਬਾਹਰ ਆਉਣਾ ਨਾ, ਉਹਨੇ ਆਣ ਕੇ ਹੱਥ ਜੋੜ ਕੇ ਬੜੇ ਨਿਮਰਤਾ ਦੇ ਨਾਲ, ਬੜੀ ਚਲਾਕੀ ਜੀ ਦੇ ਨਾਲ, ਨਹੀਂ ਜੀ ਮਸਕੀਨ ਜੀ ਅਸੀਂ ਤਾਂ ਸੰਤਾਂ ਦੇ ਸੰਗਤ ਦੇ ਚਰਨਾਂ ਦੀ ਧੂੜੀ ਹਾਂ, ਅਸੀਂ ਤਾਂ ਖਾਕ ਹਾਂ, ਅਸੀਂ ਤਾਂ ਪੈਰਾਂ ਦੀ ਮਿੱਟੀ ਹਾਂ, ਸਾਡੀ ਤੇ ਹੋਂਦ ਕੋਈ ਨਹੀਂ। ਮਸਕੀਨ ਜੀ ਕਹਿੰਦੇ ਮੈਂ ਦੇਖਿਆ ਇੱਕ ਦਿਨ 2 ਦਿਨ 4, ਉਹ ਰੋਜ਼ ਇਹੋ ਗੱਲ, ਨਹੀਂ ਜੀ ਮੈਂ ਤੇ ਬੰਦਾ ਹੀ ਬੜਾ ਨਿਮਾਣਾ ਜਿਹਾ, ਮੈਂ ਤੇ ਤੁਹਾਡੇ ਚਰਨਾਂ ਦੀ ਧੂੜੀ ਹਾਂ। ਕਹਿੰਦੇ ਇੱਕ ਦਿਨ ਮਸਕੀਨ ਜੀ ਜਦੋਂ ਬਾਹਰ ਆਏ ਨਾ ਕਥਾ ਕਰਕੇ, ਉਹਨੇ ਕੀ ਕਹਿਣਾ ਸੀ, ਮਸਕੀਨ ਜੀ ਨੇ ਸਿੱਧਾ ਹੀ ਕਹਿ ਦਿੱਤਾ, ਕਹਿਣ ਲੱਗੇ ਤੂੰ ਵਾਕੇ ਹੈ ਹੀ ਖਾਕ ਦੀ ਢੇਰੀ, ਤੂੰ ਤੇ ਵਾਕੇ ਮਿੱਟੀ ਹੈ। ਜਦੋਂ ਇੰਨੀ ਗੱਲ ਮਸਕੀਨ ਜੀ ਨੇ ਕਹੀ, ਨਾਲ ਹੀ ਕਹਿਣ ਲੱਗਾ ਤੁਸੀਂ ਤੇ ਮੇਰੀ 4 ਬੰਦਿਆਂ 'ਚ ਬੇਇੱਜ਼ਤੀ ਕਰ ਦਿੱਤੀ। ਕਹਿਣ ਲੱਗੇ ਮੈਂ ਇਹੋ ਗੱਲ ਸਪਸ਼ਟ ਕਰਨੀ ਚਾਹੁੰਦਾ ਸਾਂ, ਮੈਂ ਬੇਇੱਜ਼ਤੀ ਨਹੀਂ ਕੀਤੀ ਕਿ ਤੇਰੇ ਅੰਦਰ ਜਿਹੜੀ ਮਿੱਟੀ ਦਾ ਭੁਲੇਖਾ ਪਿਆ ਹੈ, ਚਰਨਾਂ ਦੀ ਖਾਕ ਦਾ ਭੁਲੇਖਾ ਪਿਆ ਹੈ, ਇਹ ਅੰਦਰੋਂ ਪੈਦਾ ਹੋਇਆ ਜਾਂ ਹੰਕਾਰ 'ਚੋਂ ਪੈਦਾ ਹੋਇਆ ਹੈ। ਕਹਿਣ ਲੱਗੇ ਇਹੋ ਗੱਲ ਤੂੰ ਰੋਜ਼ ਕਹਿੰਦਾ ਸਾਂ ਮੈਂ ਪੈਰਾਂ ਦੀ ਤੁਹਾਡਿਆਂ ਦੀ ਮਿੱਟੀ, ਅੱਜ ਮੈਂ ਕਹਿ ਦਿੱਤਾ ਤੇ ਤੂੰ ਕਹਿਣ ਲੱਗ ਪਿਆ ਵੀ ਬੇਇੱਜ਼ਤੀ ਕਰ ਦਿੱਤੀ। ਸੋ ਇਸ ਕਰਕੇ ਵਿਖਾਵੇ ਦੀ ਨਿਮਰਤਾ ਜਿਹੜੀ ਹੈ ਉਹ ਅੰਦਰ ਪ੍ਰੇਮ ਨਹੀਂ ਪੈਦਾ ਕਰਦੀ। ਇਹ ਇੱਕ ਪ੍ਰਮਾਤਮਾ ਦੀ ਦਾਤ ਹੁੰਦੀ ਹੈ। ਜਦੋਂ ਪ੍ਰਮਾਤਮਾ ਦੀ ਦਾਤ ਆਣ ਕੇ ਟਿਕਦੀ ਹੈ ਨਾ, ਤੇ ਯਾਦ ਰੱਖਿਓ ਉਦੋਂ ਉੱਥੇ ਵਿਖਾਵੇ ਦੀ ਲੋੜ ਨਹੀਂ ਪੈਂਦੀ। ਅੱਜ ਕੁਝ ਮਠਿਆਈਆਂ ਦੇ ਵਿੱਚ ਮਿੱਠਾ ਪਾਉਣਾ ਪੈਂਦਾ ਹੈ। ਕਦੀ ਕਿਸੇ ਨੂੰ ਗੁੜ ਦੇ ਵਿੱਚ ਮਿੱਠਾ ਪਾਉਂਦਿਆਂ ਵੇਖਿਆ? ਗੁੜ ਹੁੰਦਾ ਹੀ ਮਿੱਠਾ, ਉਹ ਮਿੱਠੇ ਤੋਂ ਹੀ ਪੈਦਾ ਹੁੰਦਾ ਹੈ। ਯਾਦ ਰੱਖਿਓ ਇੱਕ ਉਹ ਲੋਕ ਜਿਹੜੇ ਤੂੰ ਦਾ ਵਿਖਾਵਾ ਕਰਦੇ ਨੇ, ਨਹੀਂ ਜੀ ਸਾਰਾ ਕੁਝ ਮਹਾਰਾਜ ਦਾ, ਸਾਰਾ ਕੁਝ ਮਹਾਰਾਜ ਦਾ ਹੈ। ਜਿਸ ਵੇਲੇ ਫਿਰ ਮਹਾਰਾਜ ਦੀ ਕਲਾ ਵਾਪਰਦੀ ਹੈ ਤੇ ਕਈ ਵਾਰੀ ਮਨੁੱਖ ਰੱਬ ਨੂੰ ਬੋਲ ਵੀ ਬੋਲਦਾ ਹੈ, ਪਰ ਜਿਹੜਾ ਰੱਬ ਦੇ ਨਾਲ ਜੁੜਿਆ ਹੈ ਉਹਦੇ ਅੰਦਰੋਂ ਜਦੋਂ ਤੂੰ ਦੀ ਧੁਨੀ ਉੱਠਦੀ ਹੈ, ਯਾਦ ਰੱਖਿਓ ਮੈਂ ਦੀ ਹੋਂਦ ਖਤਮ ਹੋ ਜਾਂਦੀ ਹੈ। ਇਹੋ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਸਮਝਾ ਰਹੇ ਨੇ। ਕਹਿਣ ਲੱਗੇ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ। ਕਹਿਣ ਲੱਗੇ ਇਹਨਾਂ ਨੂੰ ਸਾਰੇ ਸੰਸਾਰ ਨੂੰ, ਜਗਤ ਨੂੰ ਜਿਉਣ ਦਾ ਤਰੀਕਾ ਨਹੀਂ ਆਇਆ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਮੈਂ ਦੇ ਨਾਲ ਜਿਉਣਾ ਸੀ
ਜਾਂ ਤੂੰ ਦੇ ਨਾਲ, ਇਹ ਮਮਤਾ ਦੇ ਵਿੱਚ, ਮਮਤਾ ਦਾ ਅਰਥ ਕੀਤਾ ਆਪਣਾਪਨ, ਮੈਂ ਅਸੀਂ ਕਹਿੰਦੇ ਆ ਵੀ ਚੀਜ਼ ਮੇਰੀ ਹੋ ਜੇ, ਆ ਵੀ ਮੇਰੀ ਹੋ ਜੇ, ਘਰ ਵੀ ਮੇਰਾ ਹੋ ਜੇ, ਪਰਿਵਾਰ ਵੀ ਮੇਰਾ ਹੋ ਜੇ। ਯਾਦ ਰੱਖਿਓ, ਇੱਕ ਮਨੁੱਖ ਤੁਸੀਂ ਕਿਸੇ ਨੂੰ ਕੁੱਲੀ ਤੋਂ ਤੋਰਦੇ ਹੋ ਨਾ, ਕੋਈ ਸਧਾਰਨ ਜੀ ਕੁੱਲੀ ਵਿੱਚ ਰਹਿੰਦਾ ਹੈ, ਕੁੱਲੀ ਤੋਂ ਉਹ ਮਹਿਲ ਮਾੜੀਆਂ ਵੀ ਛੱਤ ਲਵੇ, ਉਹਦੀ ਤ੍ਰਿਸ਼ਨਾ ਤਾਂ ਵੀ ਨਹੀਂ ਜੇ ਬੁੱਝਦੀ। ਇਹ ਤ੍ਰਿਸ਼ਨਾ ਨਹੀਂ ਕਿਸੇ ਦੀ ਬੁੱਝਦੀ। ਇਹ ਅੰਮ੍ਰਿਤ ਬਾਣੀ ਦਾ ਬਚਨ ਹੈ ਨਾ, ਬਿਨਾਂ ਸੰਤੋਖ ਨਹੀਂ ਕੋ ਰਾਜੇ, ਨਾਮ ਤੋਂ ਬਿਨਾਂ, ਸੰਤੋਖ ਤੋਂ ਬਿਨਾਂ ਕੋਈ ਨਹੀਂ ਰਾਜ ਸਕਦਾ। ਸਤਿਗੁਰੂ ਕਹਿਣਗੇ ਇਹ ਜਗਤ ਮਮਤਾ ਮੂਆ, ਸਾਰਾ ਸੰਸਾਰ ਜਿਹੜਾ ਹੈ ਮਮਤਾ ਦੇ ਵਿੱਚ, ਆਪਣੇ ਪਨ ਦੇ ਵਿੱਚ ਮਰਦਾ ਪਿਆ ਹੈ। ਜੀਵਨ ਕੀ ਬਿਦ ਨਾਹੇ, ਜੀਵਨ ਜਿਉਣ ਦਾ ਇਹਨਾਂ ਨੂੰ ਤਰੀਕਾ ਨਹੀਂ ਨਜ਼ਰ ਆ ਰਿਹਾ। ਕਹਿਣਗੇ ਗੁਰ ਕੈ ਭਾਣੈ ਜੋ ਚੱਲੈ, ਕਹਿਣਗੇ ਭਲਿਆ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੇ ਹੁਕਮ ਦੇ ਅਨੁਸਾਰ ਹੋ ਕੇ ਚੱਲਦਾ ਏ ਤਾਂ ਜੀਵਨ ਪਦਵੀ ਪਾਹੇ। ਕਹਿਣਗੇ ਜਦੋਂ ਗੁਰੂ ਮੱਤ ਦਿੰਦਾ ਏ ਤੇ ਉਸ ਮਨੁੱਖ ਨੂੰ ਜਿਹੜੀ ਹੈ ਜੀਵਨ ਦੀ ਜਿਹੜੀ ਅਸਲੀਅਤ ਦਾ, ਤੱਤ ਦਾ ਪਤਾ ਲੱਗ ਜਾਂਦਾ ਏ ਤੇ ਉਹ ਉਸ ਪਦ ਨੂੰ, ਭਾਵ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਏ ਜਿਸ ਅਵਸਥਾ ਦੇ ਵਿੱਚ ਸਤਿਗੁਰਾਂ ਨੇ ਸਾਡਾ ਜੀਵਨ ਘੜ ਕੇ ਦਿੱਤਾ ਏ। ਕਹਿਣਗੇ ਓਏ ਸਦਾ ਸਦਾ ਜਨ ਜੀਵਤੇ, ਕਹਿਣਗੇ ਉਹ ਮਨੁੱਖ ਹਮੇਸ਼ਾ ਜਿਉਂਦੇ ਨੇ। ਯਾਦ ਰੱਖਿਓ, ਬਾਣੀ ਨੇ ਆ ਸਰੀਰ ਜਿਉਣ ਦੀ ਗੱਲ ਨਹੀਂ ਕੀਤੀ। ਬਾਣੀ ਕਹਿੰਦੀ ਹੈ ਭਲਿਆ ਜੇ ਤੂੰ ਜੀਣਾ ਹੈ ਤੇ ਸ਼ੁਭ ਕਰਮਾਂ ਦੇ ਨਾਲ ਜੀ। ਲੋਕ ਜੀਵਨ ਹੰਢਾ ਜਾਂਦੇ ਨੇ, 70 80 100 ਸਾਲ ਦੀ ਉਮਰ ਹੰਢਾ ਜਾਂਦੇ ਨੇ, ਇੱਕ ਵੀ ਇਹੋ ਜਿਹਾ ਚੰਗਾ ਕੰਮ ਨਹੀਂ ਕੀਤਾ ਜਿਹਦੇ ਨਾਲ ਲੋਕ ਉਹਨੂੰ ਭਲਾ ਕਹਿ ਸਕਣ। ਪਰ ਤੁਸੀਂ ਗੁਰ ਇਤਿਹਾਸ ਪੜ੍ਹ ਕੇ ਦੇਖੋ, ਆਪਾਂ ਪਿੱਛੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ, ਛੋਟੀਆਂ ਉਮਰਾਂ ਦੇ ਵਿੱਚ ਉਹ ਕਾਰਨਾਮੇ ਕਰਕੇ ਅੱਜ ਤੱਕ ਉਹਨਾਂ ਨੂੰ ਯਾਦ ਕਰਕੇ ਸੀਸ ਝੁਕਾਇਆ ਜਾਂਦਾ ਹੈ। ਕਹਿਣ ਲੱਗੇ ਓਏ ਸਦਾ ਸਦਾ ਜਨ ਜੀਵਤੇ, ਉਹ ਰੱਬ ਦੇ ਪਿਆਰੇ ਹਮੇਸ਼ਾ ਹੀ ਜਿਉਂਦੇ ਨੇ। ਕੌਣ? ਜੋ ਹਰ ਚਰਨੀ ਚਿੱਤ ਲਾਹੇ, ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਦੇ ਨੇ। ਕਹਿਣ ਲੱਗੇ ਨਾਨਕ ਨਦਰੀ ਮਨ ਵਸੈ, ਕਹਿਣ ਲੱਗੇ ਨਦਰੀ ਦਾ ਅਰਥ ਹੈ ਬਖਸ਼ਿਸ਼, ਉਹਦੀ ਨਜ਼ਰ, ਮਿਹਰ ਦੀ ਕਿਰਪਾ। ਕਹਿਣ ਲੱਗੇ ਜਦੋਂ ਪ੍ਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ, ਕਿਰਪਾ ਰਹਿਮਤ ਹੋ ਜਾਂਦੀ ਹੈ, ਗੁਰਮੁਖ ਸਹਿਜ ਸਮਾਹੇ। ਕਹਿਣ ਲੱਗੇ ਉਹ ਜਿਹੜਾ ਰੱਬ ਦਾ ਪਿਆਰਾ ਉਸ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ ਜਿੱਥੇ ਫਿਰ ਮਮਤਾ ਖਤਮ ਹੋ ਗਈ। ਕਿਉਂਕਿ ਇਹ ਸ਼ਲੋਕ ਚੱਲਿਆ ਸੀ ਨਾ, ਮਮਤਾ ਮੂਆ, ਮਮਤਾ ਤੋਂ ਮਨੁੱਖ ਚੱਲਿਆ। ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਜਦੋਂ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਕਹਿ ਲਗੇ ਗੁਰਮੁਖ ਸਹਿਜ ਸਮਾਏ, ਉਸ ਸਹਿਜ ਅਵਸਥਾ ਦੇ ਵਿੱਚ ਟਿਕ ਗਿਆ ਜਿੱਥੇ ਹੁਣ ਡਾਵਾਂ ਡੋਲ ਨਹੀਂ ਹੁੰਦਾ ਮਨ, ਜਿੱਥੇ ਆਪਣਾਪਣ ਖਤਮ ਹੋ ਗਿਆ, ਜਿੱਥੇ ਕੇਵਲ ਤੇ ਕੇਵਲ ਤੂੰ ਦੀ ਧੁਨੀ ਲੱਗ ਗਈ, ਜਿੱਥੇ ਜੀਵਨ ਦੀ ਜਾਂਚ ਆ ਗਈ। ਸੋ ਇਹ ਪਹਿਲੇ ਸ਼ਲੋਕ ਦੀ ਵਿਚਾਰ ਹੈ। ਸਮੇਂ ਦੀ ਸਮਾਪਤੀ ਹੈ, ਕੱਲ੍ਹ ਨੂੰ ਆਪਾਂ ਦੂਸਰਾ ਸ਼ਲੋਕ ਵਾਚਾਂਗੇ। ਥੋੜ੍ਹੇ ਜਿਹੇ ਅੱਖਰੀ ਅਰਥ ਮੈਂ ਇਹਦੇ ਸ਼ਲੋਕ ਦੇ ਕੀਤੇ ਨੇ, ਥੋੜ੍ਹੇ ਜਿਹੇ ਆਪਾਂ ਕੱਲ੍ਹ ਨੂੰ ਵੇਖਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ